ਡਰ ਦਾ ਇਹਨਾਂ ਨੇ ਮਾਹੌਲ ਬਣਾ ਕੇ ਰੱਖਿਆ ਹੋਇਆ ਲੋਕਾਂ ਦੇ ਉੱਪਰ। ਜਿੱਥੇ ਕਿਤੇ ਅਸੀਂ ਜਾਂਦੇ ਹਾਂ ਨਾ, ਉਹਨਾਂ ਨੂੰ ਨਾਲ ਦੀ ਨਾਲ ਹੀ ਫੋਨ ਕਰਦੇ ਆ, ਬਈ ਤੂੰ ਉਹਦੇ ਵੱਲ ਚੱਲ ਗਿਆ, ਪਰਚੇ ਕਰਾ ਦਿਆਂਗੇ, ਤੁਹਾਡਾ ਬਿਜ਼ਨਸ ਖਰਾਬ ਕਰ ਦਿਆਂਗੇ। ਇਹ ਚੁਣੌਤੀਆਂ ਜਿਹੜੇ ਵੱਡੇ ਵੱਡੇ ਦਾਅਵੇ ਕਰਦੇ ਨੇ ਵੀ ਅਸੀਂ ਬੜੀ ਡਿਵੈਲਪਮੈਂਟ ਕਰਾਤੀ, ਇੰਨੀਆਂ ਨਾਲੀਆਂ ਪੱਕੀਆਂ ਕਰਾਤੀਆਂ, ਸਾਰਾ ਕੁਝ ਚੌਂਕ ਬਣਾ ਦਿੱਤੇ। ਹੁਣ ਉਹਨਾਂ ਨੂੰ ਕੀ ਜ਼ਰੂਰਤ ਪੈ ਗਈ ਲੋਕਾਂ ਨੂੰ ਪਿੰਡ ਪਿੰਡ ਜਾ ਕੇ ਦਬਕੇ ਮਾਰਨ ਦੀ? ਤੰਜ ਇਸ ਕਰਕੇ ਕੱਸਦੇ ਨੇ ਕਿਉਂਕਿ ਰਾਜਨੀਤਿਕ ਪਾਰਟੀਆਂ ਨੇ ਅੱਜ ਤੱਕ ਇਨਸਾਨੀਅਤ ਦੀ ਗੱਲ ਕੀਤੀ ਹੀ ਨਹੀਂ। ਇਹਨਾਂ ਨੇ ਗੱਲ ਕੀਤੀ ਆ ਜੱਟ ਸਿੱਖ, ਹਿੰਦੂ, ਕ੍ਰਿਸਚਨ, ਮੁਸਲਿਮ, ਆਮ ਲੋਕਾਂ ਨੂੰ ਵੰਡ ਕੇ ਰੱਖਿਆ ਹੋਇਆ। ਸਾਡੇ ਐਮਐਲਏ ਸਾਹਿਬ ਕਹਿੰਦੇ ਨੇ ਕਿ ਅਸੀਂ ਉੱਥੇ 100 ਬੈੱਡ ਵਧਾ ਕੇ ਉਹਨੂੰ ਮੈਡੀਕਲ ਇੱਕ ਕਾਲਜ ਨੂੰ ਅਸੀਂ ਤਬਦੀਲ ਕਰਨ ਜਾ ਰਹੇ ਹਾਂ, ਹੌਸਪੀਟਲ ਇੱਕ ਵੱਡੇ ਪੱਧਰ 'ਤੇ ਲੈ ਕੇ ਜਾ ਰਹੇ ਹਾਂ। ਪਰ ਤੀਜਾ ਕਰੋਨਾ ਟਾਈਮ ਆ ਗਿਆ ਔਰ 2 ਸਾਲਾਂ ਦੇ ਵਿੱਚ ਉੱਥੇ 100 ਬੈੱਡ 'ਤੇ ਵਧਾ ਦਿੱਤੇ, ਪਰ ਉੱਥੇ ਵੈਂਟੀਲੇਟਰ ਦੀ ਗਿਣਤੀ ਨਹੀਂ ਵਧੀ। 2 ਹੀ ਵੈਂਟੀਲੇਟਰ ਨੇ, ਸਾਡੇ ਜ਼ਿਲ੍ਹੇ ਦਾ ਹੌਸਪੀਟਲ ਆ ਗੁਰਦਾਸਪੁਰ, ਔਰ 2 ਵੈਂਟੀਲੇਟਰ ਨੂੰ ਚਲਾਉਣ ਵਾਸਤੇ ਇੱਕ ਵੀ ਸਟਾਫ ਆਪਰੇਟਰ ਨਹੀਂ ਹੈਗਾ। ਇਹ ਕਿਹੜੀ ਡਿਵੈਲਪਮੈਂਟ ਹੈ? ਇਹ ਘਰ ਜ਼ਮੀਨ ਸਾਡੀਆਂ ਗਲੀਆਂ ਨਾਲੀਆਂ ਚੌਂਕ ਖੁੱਲ੍ਹੇ ਕਰਵਾਉਣੇ ਆ। ਪਹਿਲਾਂ ਉਹਨਾਂ ਨੂੰ ਆਮ ਲੋਕ ਤੇ ਆਪਣੇ ਬਚਾ ਲਓ, ਉਹਨਾਂ ਦਾ ਜੀਵਨ ਤੇ ਸਾਡਾ ਇੱਕ ਵਿਸ਼ਵਾਸ ਹੋਵੇ ਵੀ ਅਸੀਂ ਸੁਰੱਖਿਅਤ ਹਾਂ। ਲੋਕਾਂ ਨੇ ਵੀ ਇਹ ਫਤਵਾ ਦੇਣਾ, ਮਹਾਰਾਜ ਨੇ ਕਿਰਪਾ ਕਰਨੀ ਆ। ਜਿਸ ਦਿਨ ਅਸੀਂ ਵਿਧਾਨ ਸਭਾ ਦੇ ਵਿੱਚ ਚੱਲ ਗਏ, ਆਮ ਲੋਕਾਂ ਦੀ ਆਪਣੀ ਗੱਲ, ਹੁਣ ਅਸੀਂ ਦਰੀ ਤੋਂ ਉੱਠ ਕੇ ਵਿਧਾਨ ਸਭਾ ਦੇ ਅੰਦਰ ਜਾ ਕੇ ਸ਼ੁਰੂ। ਰਾਵੀ ਵਾਈਸ ਦੇਖ ਰਹੇ ਦਰਸ਼ਕਾਂ ਨੂੰ ਨੀਰਜ ਮਹਾਜਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਅੱਜ ਅਸੀਂ ਪਹੁੰਚੇ ਹਾਂ ਹਲਕਾ ਗੁਰਦਾਸਪੁਰ ਦੇ ਵਿੱਚ ਤੇ ਅੱਜ ਜਨਤਾ ਦੀ ਕਚਹਿਰੀ ਦੇ ਵਿੱਚ ਰੂਬਰੂ ਹੋਣ ਆਏ ਨੇ ਸੰਯੁਕਤ ਸੰਘਰਸ਼ ਪਾਰਟੀ ਦੇ ਉਮੀਦਵਾਰ ਇੰਦਰਪਾਲ ਸਿੰਘ ਬੈਂਸ। ਬੈਂਸ ਸਾਹਿਬ, ਸਭ ਤੋਂ ਪਹਿਲਾਂ ਜਨਤਾ ਦੀ ਕਚਹਿਰੀ 'ਚ ਤੁਹਾਡਾ ਸਵਾਗਤ ਹੈ ਜੀ। ਧੰਨਵਾਦ ਜੀ, ਸਾਰਿਆਂ ਦਾ ਧੰਨਵਾਦ। ਬੈਂਸ ਸਾਹਿਬ, ਕੀ ਜ਼ਰੂਰਤ ਪੈ ਗਈ ਕਿ ਅੱਜ ਕਿਸਾਨੀ ਨੇ ਰਾਜਨੀਤੀ ਦਾ ਰੁਖ ਕਰ ਲਿਆ? ਜੀ ਇਹ ਜ਼ਰੂਰਤ ਸਾਨੂੰ ਪੈਂਦੀ ਨਾ ਜੇਕਰ ਸਾਡੇ ਰਾਜਨੀਤਿਕ ਨੁਮਾਇੰਦੇ ਲੋਕਾਂ ਦੇ ਹੱਕ ਵਾਸਤੇ ਲੜਦੇ, ਕਿਉਂਕਿ 70 ਸਾਲ ਤੋਂ ਵੱਧ ਸਮਾਂ ਹੋ ਗਿਆ ਦੇਸ਼ ਦੀ ਆਜ਼ਾਦੀ ਨੂੰ, ਔਰ ਵਾਰੀ ਦੇ ਨਾਲ ਕਦੀ ਅਕਾਲੀ ਕਦੀ ਕਾਂਗਰਸੀ ਆਉਂਦੇ ਨੇ ਔਰ ਆਪਣੀਆਂ ਜੇਬਾਂ ਭਰ ਕੇ ਘਰਾਂ ਵਿੱਚ ਬੈਠ ਜਾਂਦੇ ਨੇ, ਪਰ ਲੋਕਾਂ ਦੀ ਆਵਾਜ਼ ਨਹੀਂ ਚੁੱਕਦੇ। ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਦੇਖੀਏ, ਜੇ ਕਿਸਾਨ ਮਜ਼ਦੂਰ ਤੇ ਦੁਕਾਨਦਾਰ ਦਾ ਰਿਸ਼ਤਾ, ਜੇ ਕਿਸਾਨੀ ਹੁੰਦੀ ਆ ਉੱਥੇ ਮਜ਼ਦੂਰ ਵੀ ਕੰਮ ਕਰਦੇ ਆ। ਜਦੋਂ ਕਿਸਾਨ ਤੇ ਮਜ਼ਦੂਰ ਦੀ ਜੇਬ ਦੇ ਵਿੱਚ ਪੈਸੇ ਆਉਂਦੇ ਆ, ਫਿਰ ਦੁਕਾਨਦਾਰ ਕੋਲ ਪਹੁੰਚਦੇ ਆ, ਦੁਕਾਨਦਾਰ ਦਾ ਵੀ ਘਰ ਚੱਲਦਾ। ਇੱਕ ਜ਼ਮੀਨ ਦੇ ਉੱਪਰ 3 ਪਰਿਵਾਰਾਂ ਦੇ ਘਰ ਚੱਲਦੇ ਆ। ਪਰ ਸਾਡੇ ਲੀਡਰਾਂ ਨੇ, ਜਿਨ੍ਹਾਂ ਨੂੰ ਅਸੀਂ ਵੋਟਾਂ ਪਾ ਕੇ ਚੁਣਦੇ ਆ, ਉਹਨਾਂ ਨੇ ਕਦੀ ਸਾਡੇ ਆਮ ਲੋਕਾਂ ਦੀ ਗੱਲ ਨਹੀਂ ਕੀਤੀ। ਉਹਨਾਂ ਨੇ ਆਪਣੇ ਪਰਿਵਾਰਾਂ ਦੀ ਹੀ ਗੱਲ ਕੀਤੀ ਆ। ਔਰ ਪਿਛਲੇ ਜੋ 1.5 ਸਾਲ ਪਹਿਲਾਂ ਬੀਜੇਪੀ ਸਰਕਾਰ ਇੱਕ ਕਾਨੂੰਨ ਲੈ ਕੇ ਆਈ ਸੀਗੀ, 3 ਖੇਤੀ ਕਾਨੂੰਨ, ਜਿਨ੍ਹਾਂ ਨੂੰ ਅਸੀਂ ਕਾਲੇ ਕਾਨੂੰਨ ਵਜੋਂ ਜਾਣਦੇ ਹਾਂ, ਉਸ ਨੂੰ ਰੱਦ ਕਰਵਾਉਣ ਦੇ ਵਿੱਚ ਤੁਸੀਂ ਇੱਕ ਗੱਲ ਵੇਖੋ ਵੀ ਹਰੇਕ ਆਮ ਵਰਗ ਜਨ ਅੰਦੋਲਨ ਦੇ ਵਿੱਚ ਸੜਕਾਂ ਦੇ ਉੱਤੇ ਬੈਠ ਕੇ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਦਾ ਰਿਹਾ, ਆਪਣੀ ਲੜਾਈ ਲੜਦਾ ਰਿਹਾ। ਪਰ ਉਸ ਦੇ ਵਿੱਚ ਕਿਤੇ ਵੀ ਸਾਡੇ ਰਾਜਨੀਤਿਕ ਲੀਡਰ ਜਿਹੜੇ ਅਸੀਂ ਚੁਣ ਕੇ ਵਿਧਾਨ ਸਭਾ ਲੋਕ ਸਭਾ ਵਿੱਚ ਭੇਜੇ ਸੀ, ਉਹ ਸਾਡੇ ਵਾਸਤੇ ਨਾਲ ਨਹੀਂ ਉਤਰੇ। ਇਸ ਕਰਕੇ ਸਾਨੂੰ ਅੱਜ ਜ਼ਰੂਰਤ ਮਹਿਸੂਸ ਹੋਈ ਆ ਲੋਕਾਂ ਦੇ ਕਹਿਣ ਦੇ ਉੱਤੇ ਕਿ ਅਸੀਂ ਕਿਹੜੀ ਰਾਜਨੀਤੀ ਇਹਨਾਂ ਨੂੰ ਲਿਖ ਕੇ ਦਿੱਤੀ ਆ ਵੀ ਤੁਸੀਂ ਕਰਨੀ ਆ, ਅਸੀਂ ਨਹੀਂ ਕਰ ਸਕਦੇ। ਕਿਉਂ ਨਾ ਅਸੀਂ ਇਹ ਕੀ ਗੱਲ ਠੇਕਾ ਲੈ ਕੇ ਰੱਖਿਆ ਹੋਇਆ ਕਿ ਸਾਡੇ ਆਮ ਲੋਕਾਂ ਦੇ ਖਿਲਾਫ ਇੱਦਾਂ ਦੇ ਕਾਨੂੰਨ ਬਣਦੇ ਰਹਿਣ ਤੇ ਅਸੀਂ ਸਿਰਫ ਸੰਘਰਸ਼ ਹੀ ਕਰਦੇ ਰਹੀਏ? ਕਿਉਂ ਨਾ ਉਸ ਜਗ੍ਹਾ ਦੇ ਉੱਤੇ ਪਹੁੰਚਿਆ ਜਾਵੇ ਜਿੱਥੇ ਇਹ ਕਾਨੂੰਨ ਬਣਾਏ ਜਾਂਦੇ ਨੇ, ਜਿੱਥੇ ਇਹਨਾਂ ਨੂੰ ਪਾਸ ਕੀਤਾ ਜਾਂਦਾ, ਫਿਰ ਉੱਥੇ ਆਮ ਲੋਕ ਦੀ ਗੱਲ ਹੋਵੇ। ਇਸ ਕਰਕੇ ਅਸੀਂ ਇਸ ਪਾਸੇ ਨੂੰ ਆਉਣ ਦੇ ਸੋਚਿਆ ਜਾ। ਬੈਂਸ ਸਾਹਿਬ, ਪਹਿਲੀ ਵਾਰ ਹੋ ਰਿਹਾ ਕਿ ਕਿਸਾਨੀ ਜਿਹੜੀ ਹੈ ਇਹ ਆਪਣੀ ਪਾਰਟੀ ਬਣਾ ਕੇ ਲੋਕਾਂ ਦੇ ਵਿੱਚ ਉਤਰੀ ਹੈ। ਆਪਣੀ ਪਾਰਟੀ ਬਣਾ ਕੇ ਲੋਕਾਂ ਦਾ ਤੁਸੀਂ ਵੋਟ ਮੰਗਣ ਜਾ ਰਹੇ ਹੋ, ਕਿਹੋ ਜਿਹਾ ਰਿਸਪੌਂਸ ਮਿਲ ਰਿਹਾ ਲੋਕਾਂ ਦੇ ਕੋਲੋਂ? ਜੀ ਰਿਸਪੌਂਸ ਤੇ ਦੇਖੋ, ਇੱਕ ਉਹ ਲੋਕ ਨੇ ਜਿਨ੍ਹਾਂ ਨੇ ਬਿਨਾਂ ਕਿਸੇ ਪਾਵਰ ਤੋਂ ਲੋਕਾਂ ਦਾ ਸਾਥ ਲੈ ਕੇ ਦਰੀ ਦੇ ਉੱਤੇ ਬੈਠ ਕੇ ਆਪਣਾ ਅੰਦੋਲਨ ਲੜਿਆ, ਔਰ ਉਸ ਦੇ ਵਿੱਚ ਭਲਾ ਪੂਰੇ ਦੇਸ਼ ਦਾ ਹੋਇਆ। ਜੇਕਰ ਐਮਐਸਪੀ ਆਉਂਦੀ ਆ, ਮੰਡੀਆਂ ਦੁਬਾਰਾ ਆਉਂਦੀਆਂ ਨੇ, ਪੰਜਾਬ ਹਰਿਆਣੇ ਦੇ ਵਿੱਚ ਆਲਰੇਡੀ ਮੰਡੀ ਬੋਰਡ ਚੱਲਦਾ, ਜੇ ਬਿਹਾਰ, ਰਾਜਸਥਾਨ, ਬਾਕੀ ਦੀ ਸਟੇਟਾਂ ਦੇ ਵਿੱਚ ਵੀ ਮੰਡੀ ਬੋਰਡ ਲੱਗ ਜਾਏ ਤਾਂ ਦੇਖੋ ਇੱਕ ਕਾਨੂੰਨ ਪੱਕਾ ਹੋ ਜਾਊਗਾ। ਉੱਥੋਂ ਦੇ ਸਾਡੇ ਵੀ ਜਿਹੜੇ ਕਿਸਾਨ ਆ ਉਹਨਾਂ ਨੂੰ ਵੀ ਪੂਰਾ ਰੇਟ ਮਿਲੇਗਾ। ਠੀਕ ਹੈ ਜੀ।
ਔਰ ਜੇਕਰ ਅੱਜ ਹੁਣ ਰਿਸਪੌਂਸ ਦੀ ਗੱਲ ਕਰੀਏ, ਇਸ ਪੂਰੇ ਅੰਦੋਲਨ ਦੇ ਵਿੱਚ ਕਿਤੇ ਵੀ ਪੋਲੀਟੀਕਲ ਲੀਡਰ ਦਿਖਾਈ ਨਹੀਂ ਦਿੱਤਾ। ਇਹ ਆਪ ਮੁਹਾਰੇ ਹੋ ਕੇ ਲੋਕਾਂ ਨੇ ਅੰਦੋਲਨ ਲੜਿਆ ਸੀ। ਹੁਣ ਵੀ ਜਦੋਂ ਜਾ ਰਹੇ ਆ ਤਾਂ ਲੋਕ ਸਾਨੂੰ ਆਪਣੀਆਂ ਬਾਹਾਂ ਦੇ ਵਿੱਚ ਲੈ ਕੇ ਜੱਫੀਆਂ ਪਾ ਕੇ ਸਾਡੇ ਨਾਲ ਖੁਸ਼ੀ ਦਾ ਇਜ਼ਹਾਰ ਕਰਦੇ ਨੇ ਵੀ ਅਸੀਂ ਤਾਂ ਚਾਹੁੰਦੇ ਸੀਗੇ ਵੀ ਤੁਸੀਂ ਆਓ, ਕਿਉਂਕਿ ਇਹ ਆਮ ਲੋਕਾਂ ਦੀ ਆਵਾਜ਼ ਆ ਕਿ ਜਿਹੜੇ ਕਿਸਾਨਾਂ ਨੇ ਸਾਨੂੰ ਹੱਕ ਲੈ ਕੇ ਦਿੱਤੇ ਨੇ, ਲੋਕਾਂ ਦਾ ਉਹਨਾਂ 'ਤੇ ਵਿਸ਼ਵਾਸ ਵੱਧ ਚੁੱਕਾ ਆ। ਔਰ ਹੁਣ ਲੋਕ ਦੇ ਇੱਥੋਂ ਤੱਕ ਕਿ ਡੋਰ ਟੂ ਡੋਰ ਵੀ ਅਸੀਂ ਕਰਨ ਜਾ ਰਹੇ ਹਾਂ। 10 ਘਰ ਲੰਘਣੇ ਹੋਣ ਤੇ ਇੱਕ ਘਰ ਬਾਅਦ ਚਾਹ ਪੀਣੀ ਪੈ ਜਾਂਦੀ ਹੈ। ਇੰਨਾ ਕੁ ਚਾਹ ਆ ਲੋਕਾਂ ਦੇ ਵਿੱਚ ਆਪਣੀ ਕਿਸਾਨੀ ਦੇ ਨੁਮਾਇੰਦਿਆਂ ਨੂੰ ਲੈ ਕੇ। ਕਿੰਨੀ ਕੁ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਜਦੋਂ ਤੁਸੀਂ ਮੈਦਾਨ ਵਿੱਚ ਜਾਂਦੇ ਹੋ, ਲੋਕਾਂ ਕੋਲ ਵੋਟਾਂ ਮੰਗਦੇ ਹੋ, ਲੋਕਾਂ ਦੇ ਸਵਾਲ ਵੀ ਹੋਣਗੇ, ਕੁਛ ਉਹਨਾਂ ਜਵਾਬ ਦੇਣੇ ਪੈਂਦੇ ਹੋਣਗੇ, ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ? ਚੁਣੌਤੀਆਂ ਜੀ ਸਭ ਤੋਂ ਵੱਡੀਆਂ ਸਾਡੇ ਅੱਗੇ ਇਹ ਨੇ ਵੀ ਜਿਹੜੇ ਸਾਡੇ ਰਾਜਨੀਤਿਕ ਪਾਰਟੀਆਂ ਨੇ ਨਾ, ਇਹ ਡਰ ਦਾ ਇਹਨਾਂ ਨੇ ਮਾਹੌਲ ਬਣਾ ਕੇ ਰੱਖਿਆ ਹੋਇਆ ਲੋਕਾਂ ਦੇ ਉੱਪਰ। ਜਿੱਥੇ ਕਿਤੇ ਅਸੀਂ ਜਾਂਦੇ ਆ ਨਾ, ਉਹਨਾਂ ਨੂੰ ਨਾਲ ਦੀ ਨਾਲ ਹੀ ਫੋਨ ਕਰਦੇ ਆ, ਬਈ ਤੂੰ ਉਹਦੇ ਵੱਲ ਚੱਲ ਗਿਆ, ਪਰਚੇ ਕਰਾ ਦਿਆਂਗੇ, ਤੁਹਾਡਾ ਬਿਜ਼ਨਸ ਖਰਾਬ ਕਰ ਦਿਆਂਗੇ। ਇਹ ਚੁਣੌਤੀਆਂ ਨੇ। ਅਸੀਂ ਲੋਕਤੰਤਰ ਦਾ ਘਾਣ ਕਹਿੰਦੇ ਆ ਵੀ ਲੋਕਤੰਤਰ ਦਾ ਘਾਣ ਆਪਾਂ ਸਿਰਫ ਮੋਦੀ ਦੇ ਹੁੰਦੇ ਉਂਗਲ ਚੁੱਕਦੇ ਆ ਵੀ ਲੋਕਤੰਤਰ ਦਾ ਘਾਣ ਕਰਤਾ, ਪਰ ਕੀ ਇਹ ਲੋਕਤੰਤਰ ਦਾ ਘਾਣ ਨਹੀਂ? ਵੀ ਇੱਕ ਵੋਟਰ ਆਪਣੀ ਮਰਜ਼ੀ ਦੇ ਨਾਲ ਆਪਣੀ ਵੋਟ ਦੀ ਵਰਤੋਂ ਨਹੀਂ ਕਰ ਸਕਦਾ ਕਿ ਮੈਂ ਪਾਣੀ ਕਿੱਥੇ ਆ, ਆਪਣੀ ਆਵਾਜ਼ ਨਹੀਂ ਬੁਲੰਦ ਕਰ ਸਕਦਾ। ਇੱਦਾਂ ਦੀਆਂ ਚੁਣੌਤੀਆਂ ਸਾਡੇ ਅੱਗੇ ਆ ਰਹੀਆਂ ਨੇ ਵੀ ਇਹਨਾਂ ਨੂੰ ਜਿਹੜੇ ਵੱਡੇ ਵੱਡੇ ਦਾਅਵੇ ਕਰਦੇ ਨੇ ਵੀ ਅਸੀਂ ਬੜੀ ਡਿਵੈਲਪਮੈਂਟ ਕਰਾਤੀ, ਇੰਨੀਆਂ ਨਾਲੀਆਂ ਪੱਕੀਆਂ ਕਰਾਤੀਆਂ, ਸਾਰਾ ਕੁਝ ਚੌਂਕ ਬਣਾ ਦਿੱਤੇ, ਹੁਣ ਉਹਨਾਂ ਨੂੰ ਕੀ ਜ਼ਰੂਰਤ ਪੈ ਗਈ ਲੋਕਾਂ ਨੂੰ ਪਿੰਡ ਪਿੰਡ ਜਾ ਕੇ ਦਬਕੇ ਮਾਰਨ ਦੀ? ਲੋਕ ਸਰਬਸੰਮਤੀ ਦੇ ਨਾਲ ਕਿਉਂ ਨਹੀਂ ਉਹਨਾਂ ਨੂੰ ਐਮਐਲਏ ਬਣਾ ਦਿੰਦੇ ਵਾਪਸ? ਤੇ ਚੁਣੌਤੀ ਇੱਕ ਵੱਡੀ ਆ ਵੀ ਹੁਣ ਇਹ ਦੁਬਾਰਾ ਉਹੀ ਸਿਸਟਮ ਸ਼ੁਰੂ ਕਰ ਦਿੱਤਾ ਕਿ ਪੈਸੇ ਦੇ ਕੇ ਵੋਟ ਖਰੀਦ ਲਓ, ਸ਼ਰਾਬ ਭੇਜ ਦਿਓ, ਕਿਉਂਕਿ ਅਸੀਂ ਤੇ ਆਮ ਕਿਸਾਨ ਆ, ਆਮ ਘਰਾਂ ਦੇ ਵਿੱਚ ਉੱਠੇ ਆ, ਲੋਕਾਂ ਦੀ ਲੜਾਈ ਲੜਨ ਵਾਲੇ ਆ। ਅਸੀਂ ਇਹ ਕੰਮ ਨਹੀਂ ਕਰ ਸਕਦੇ, ਨਾ ਹੀ ਕਰਨਾ। ਜੇ ਕਰਾਂਗੇ ਫਿਰ ਜਦੋਂ ਅਸੀਂ ਸੱਤਾ ਦੇ ਵਿੱਚ ਆਵਾਂਗੇ ਤੇ ਅਸੀਂ ਫਿਰ ਉਹਦੇ ਤੋਂ ਦੂਣੇ ਪੈਸੇ ਕਮਾ ਕੇ ਆਪਣੀ ਜੇਬ ਵਿੱਚ ਪਾਵਾਂਗੇ, ਜੋ ਰਵਾਇਤੀ ਪਾਰਟੀਆਂ ਕਰਦੀਆਂ ਨੇ। ਇਹ ਸਾਡੇ ਅੱਗੇ ਚੁਣੌਤੀਆਂ ਆ ਰਹੀਆਂ ਨੇ। ਪਰ ਮੈਂ ਇੱਕ ਤੁਹਾਡੇ ਅੱਜ ਜਰੀਏ ਮੈਂ ਵਿਸ਼ਵਾਸ ਦੇ ਦਿੰਦਾ ਆਪਣੇ ਸਾਰੇ ਹੀ ਜ਼ਿਲ੍ਹੇ ਦੇ ਹਲਕੇ ਦੇ ਵੋਟਰਾਂ ਨੂੰ, ਇਨਸਾਨਾਂ ਨੂੰ, ਵੀ ਜੋ ਰਵਾਇਤੀ ਪਾਰਟੀਆਂ ਕਰਦੀਆਂ ਨੇ, ਵੀ ਜੇ ਹੁਣ ਜਿੱਦਾਂ ਇੱਕ ਉਦਾਹਰਨ ਦੇ ਤੌਰ ਤੇ ਕਾਂਗਰਸੀ ਸਰਕਾਰ ਆ, ਜੇ ਕਿਸੇ ਅਕਾਲੀ ਦਲ ਨਾਲ ਝੱਕਾ ਹੁੰਦਾ ਤੇ ਅਕਾਲੀ ਦਲ ਦਾ ਨੁਮਾਇੰਦਾ ਕਹਿ ਦਿੰਦਾ ਕਿ ਯਾਰ ਆਪਣੀ ਸਰਕਾਰ ਆ ਲੈਣ ਦਿਓ, ਫਿਰ ਇਹਦਾ ਮੁੱਲ ਮੋੜ ਦਿਆਂਗੇ। ਤੇ ਪਰ ਜਿਹੜਾ ਅੱਜ ਆਪਣੇ ਹੱਕ ਦੀ ਆਵਾਜ਼ ਕਰਨ ਵਾਸਤੇ ਸਾਨੂੰ ਅੱਗੇ ਲਾ ਕੇ ਚੱਲੇਗਾ, ਸਾਡਾ ਸਾਥ ਦੇਵੇਗਾ, ਇਸ ਗੱਲ ਦਾ ਵਿਸ਼ਵਾਸ ਦਿੰਦੇ ਆ ਵੀ ਜਿਸ ਦਿਨ ਉਸ ਦੇ ਉੱਤੇ ਕੋਈ ਧੱਕਾ ਹੋਇਆ, ਭਾਵੇਂ ਜਿੱਤੀਏ ਭਾਵੇਂ ਹਾਰੀਏ, ਇਹ ਪ੍ਰਮਾਤਮਾ ਦੇ ਹੱਥ ਆ, ਪਰ ਉਸੇ ਦਿਨ ਆ ਕੇ ਨਾਲ ਖਲੋ ਜਾਾਂਗੇ, ਆਪਣੀ ਸਰਕਾਰ ਦੀ ਉਡੀਕ ਨਹੀਂ ਕਰਾਂਗੇ। ਤੇ ਚੁਣੌਤੀ ਇਹੋ ਹੀ ਆ ਕਿ ਜਿੰਨਾ ਇਹ ਰਵਾਇਤੀ ਪਾਰਟੀਆਂ ਖਰਚਾ ਕਰ ਰਹੀਆਂ ਨੇ ਉਹਨਾਂ ਅਸੀਂ ਕਰ ਨਹੀਂ ਸਕਦੇ। ਪਰ ਆਮ ਬੰਦੇ ਨੂੰ ਮੈਂ ਅਪੀਲ ਕਰਦਾ, ਅੱਜ ਆਪਣੀ ਵੋਟ ਦੀ ਤੁਸੀਂ ਮੁੱਲ ਪਛਾਣੋ। ਜੇ ਤੁਹਾਡੀ ਵੋਟ ਦਾ ਕੋਈ ਮੁੱਲ ਨਾ ਹੁੰਦਾ ਤੇ ਜਿਨ੍ਹਾਂ ਕੋਲੋਂ ਤੁਸੀਂ 5 ਸਾਲ ਚੱਲ ਕੇ ਆਪਣੀ ਆਵਾਜ਼ ਮੁਸ਼ਕਲਾਂ ਦੱਸਣ ਜਾਂਦੇ ਹੋ, ਉਹ ਦੁਬਾਰਾ ਹੁਣ ਤੁਹਾਡੇ ਕੋਲ ਕਿਉਂ ਆ ਰਹੇ ਨੇ? ਇਸ ਕਰਕੇ ਸਹੀ ਵਰਤੋਂ ਕਰਨ ਦੀ ਜ਼ਰੂਰਤ ਅੱਜ ਸਾਡੇ ਵੋਟਰ ਨੂੰ ਆ। ਵਿਰੋਧੀ ਜ਼ਿਆਦਾ ਤੰਜ ਕੱਸ ਰਹੇ ਨੇ ਕਿ ਜਿਹੜਾ ਸੰਯੁਕਤ ਪਾਰਟੀ ਕਿਸਾਨ ਮੋਰਚਾ ਬਣਿਆ ਹੈ, ਇਹ ਜ਼ਿਆਦਾ ਸਿੱਖ ਵੋਟਰਾਂ ਨੂੰ ਟੱਚ ਕਰ ਰਹੇ ਨੇ, ਇਹ ਹਿੰਦੂ ਵੋਟਰਾਂ ਦੇ ਅਗੇਂਸਟ ਨੇ, ਜਾਂ ਇਹ ਜ਼ਿਮੀਂਦਾਰਾਂ ਵੱਲ ਜ਼ਿਆਦਾ ਜਾਂਦੇ ਨੇ, ਵਪਾਰੀਆਂ ਦੇ ਅਗੇਂਸਟ ਨੇ, ਵੀ ਉਹ ਕੁਛ ਕਿਤੇ ਨਾ ਕਿਤੇ ਇਹ ਦਰਸਾਉਂਦੇ ਨੇ ਕਿ ਇਹ ਮਤਸਵਾਦ ਵਾਲੀ ਆਪਣੀ ਪਾਲਿਸੀ ਲੈ ਕੇ ਚੱਲ ਰਹੇ ਨੇ। ਉਹਨਾਂ ਬਾਰੇ ਕੀ ਤੁਹਾਡਾ ਵਿਚਾਰ ਹੈ? ਜੀ ਇਹ ਤੰਜ ਇਸ ਕਰਕੇ ਕੱਸਦੇ ਨੇ ਕਿਉਂਕਿ ਰਾਜਨੀਤਿਕ ਪਾਰਟੀਆਂ ਨੇ ਅੱਜ ਤੱਕ ਇਨਸਾਨੀਅਤ ਦੀ ਗੱਲ ਕੀਤੀ ਹੀ ਨਹੀਂ। ਇਹਨਾਂ ਨੇ ਗੱਲ ਕੀਤੀ ਆ ਜੱਟ ਸਿੱਖ, ਹਿੰਦੂ, ਕ੍ਰਿਸਚਨ, ਮੁਸਲਿਮ, ਆਮ ਲੋਕਾਂ ਨੂੰ ਵੰਡ ਕੇ ਰੱਖਿਆ ਹੋਇਆ। ਪਰ ਕਿਉਂ? ਕਿਉਂਕਿ ਫਿਰ ਜਦੋਂ ਅਸੀਂ ਇਹਨਾਂ 'ਚ ਕਮਿਊਨਿਟੀ ਗੈਪ ਪਾ ਦਿੰਦੇ ਹਾਂ ਨਾ, ਸਾਨੂੰ ਵੋਟਾਂ ਲੈਣੀਆਂ ਸੌਖੀਆਂ ਹੋ ਜਾਂਦੀਆਂ। ਅਸੀਂ ਅੰਦੋਲਨ ਦੇ ਵਿੱਚ ਕੀ ਸਾਬਿਤ ਕੀਤਾ? ਪੰਜਾਬ, ਹਰਿਆਣੇ 'ਚ ਤਾਂ ਸਿੱਖ ਵੋਟਰ ਘੱਟ ਆ, ਪੰਜਾਬ 'ਚ ਹੋ ਸਕਦੇ ਨੇ ਜ਼ਿਆਦਾ, ਕਿਉਂਕਿ ਇੱਥੇ ਇੱਕ ਖੇਤੀ ਸੂਬਾ ਆ। ਹਰਿਆਣੇ ਨੇ ਸਭ ਤੋਂ ਮੂਹਰੇ ਹੋ ਕੇ ਲੜਾਈ ਲੜੀ। ਉਹੋ ਹੀ ਸਾਡੇ ਰਾਜਪੂਤ ਭਰਾ, ਜੱਟ ਸਿੱਖ, ਜਾਟ ਬਰਾਦਰੀ ਦੇ, ਗੁੱਜਰ ਬਰਾਦਰੀ ਦੇ ਹਰੇਕ ਸਾਡੇ ਭਰਾ ਨਾਲ ਉਤਰੇ ਨੇ। ਪਰ ਜੇਕਰ ਇਹ ਕਾਨੂੰਨ ਲਾਗੂ ਹੋ ਜਾਂਦੇ, ਕੀ ਉਹ ਜ਼ਮੀਨਾਂ ਸਿਰਫ ਸਿੱਖਾਂ ਦੀਆਂ ਹੀ ਨੇ? ਹਰੇਕ ਵਰਗ ਜਿਹੜਾ ਕੋਈ ਸਰਮਾਏਦਾਰ ਆ, ਜਿਹੜਾ ਬਿਜ਼ਨਸ ਕਰਦਾ, ਉਹ ਜ਼ਮੀਨ ਖਰੀਦਦਾ ਆ, ਪ੍ਰਾਪਰਟੀ ਖਰੀਦਦਾ, ਉਹ ਕਾਨੂੰਨ ਹਰੇਕ 'ਤੇ ਲਾਗੂ ਹੋਣੇ ਸੀ। ਇਹ ਸਿਰਫ ਇੱਕ ਜ਼ਿਆਦਾ ਗਿਣਤੀ ਜੇ ਕਹਿ ਸਕਦੇ ਆ ਪੰਜਾਬ 'ਚ ਸਿੱਖ ਵੋਟਰਾਂ ਦੀ ਆ, ਤੇ ਇਹ ਹੁਣ ਵੀ ਵਖਰੇਵੇਂ ਪਾ ਕੇ ਇਸ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਆ। ਹੁਣ ਮੈਂ ਇੱਕ ਗੱਲ ਹੋਰ ਤੁਹਾਡੇ ਨਾਲ ਸਾਹਮਣੇ ਲਿਆਉਣਾ, ਜਿੰਨੇ ਬੇਅਦਬੀ ਦੇ ਮਸਲੇ ਉੱਠਦੇ ਨੇ, ਗੁਰੂ ਘਰਾਂ ਦੇ ਵਿੱਚ ਵੀ ਬੇਅਦਬੀ ਹੁੰਦੀ ਆ,
ਮੰਦਿਰ ਦੇ ਵਿੱਚ ਵੀ ਮਦਬੀ ਹੋਈ 2-4 ਦਿਨ ਪਹਿਲਾਂ ਪਟਿਆਲੇ ਦੇ ਵਿੱਚ, ਮੁਸਲਿਮ ਦੇ ਵੀ ਉੱਥੇ ਵੀ ਹੁੰਦੀ ਆ। ਇਹ ਸਾਰੇ ਇਦਾਂ ਦੇ ਇਨਸੀਡੈਂਟ ਆ ਕੇ ਇਲੈਕਸ਼ਨਾਂ ਦੇ ਨੇੜੇ ਕਿਉਂ ਹੁੰਦੇ ਨੇ? ਕਿਆ ਤੁਸੀਂ ਹਰ ਧਰਮ ਦੀ ਬੇਅਦਬੀ ਉੱਤੇ ਤੁਸੀਂ ਵੀ ਕੁਐਸਚਨ ਚੁੱਕੋ? ਕਿਉਂਕਿ ਜ਼ਿਆਦਾਤਰ ਵੇਖਿਆ ਹੈ ਕਿ ਜਦੋਂ ਪੰਜਾਬ ਦੇ ਵਿੱਚ ਸਿੱਖਾਂ ਦੇ ਜਿਹੜਾ ਆਪਾਂ ਮੰਨਦੇ ਹਾਂ ਗੁਰਦੁਆਰੇ ਬੇਅਦਬੀ ਹੁੰਦੀ ਹੈ, ਉਹ 'ਚ ਜ਼ਿਆਦਾ ਆਪਣੇ ਸਿੱਖੀਜ਼ਮ ਦੀ ਆਵਾਜ਼ ਆਉਂਦੀ ਹੈ, ਜਦ ਕਿ ਜਦੋਂ ਦੂਜੇ ਧਰਮਾਂ ਦੀ ਬੇਅਦਬੀ ਹੁੰਦੀ ਹੈ ਉਹਦੇ ਵਿੱਚ ਕਦੀ ਕੋਈ ਕੁਐਸਚਨ ਕਿਸੇ ਨੇ ਪੁੱਟ ਨਹੀਂ ਕੀਤਾ, ਕਦੇ ਉਹਨੂੰ ਪਾਗਲ ਕਰਾਰ ਕਰ ਦਿੱਤਾ ਜਾਂਦਾ ਹੈ। ਪਰ ਉਹਦੇ ਵਿੱਚ ਪੁਰਜ਼ੋਰ ਜਿਹੜੇ ਆਪਾਂ ਜਦੋਂ ਕਹਿ ਸਕਦੇ ਹਾਂ ਵੀ ਨੌਨ ਹਿੰਦੂ ਜਿਹੜੇ ਲੋਕੀ ਨੇ, ਜਿਹੜੇ ਸਿੱਖੀਜ਼ਮ ਨਾਲ ਜਾਂ ਬਿਲੋਂਗ ਕਰਦੇ, ਉਹਨਾਂ ਦੀ ਜ਼ਿਆਦਾ ਆਵਾਜ਼ ਨਹੀਂ ਆਉਂਦੀ। ਉਹਦੇ ਬਾਰੇ ਕੀ ਤੁਸੀਂ ਵਿਚਾਰ ਦਿੰਦੇ ਹੋ? ਜੀ ਦੇਖੋ, ਮੈਂ ਤਾਂ ਸਭ ਤੋਂ ਪਹਿਲਾਂ ਇੱਕ ਗੱਲ ਕਹਾਂਗਾ ਵੀ ਜਿਹੜਾ ਵੀ ਬੰਦਾ ਜਿਸ ਧਰਮ ਵਿੱਚ ਆ ਉਹ ਧਰਮ ਦੇ ਵਿੱਚ ਪੱਕਾ ਹੋਵੇ। ਹੁਣ ਅਸੀਂ ਵੋਟਾਂ ਲੈਣ ਵਾਸਤੇ ਆਏ ਹਾਂ, ਜਦੋਂ ਆਮ ਲੋਕਾਂ ਦੀ ਲੜਾਈ ਕਰਦੇ ਰਹੇ, ਮੇਰਾ ਇੱਕ ਤੁਸੀਂ ਪਿਛੋਕੜ ਫੋਲ ਕੇ ਦੇਖ ਲਓ, ਮੇਰੇ ਹੁਣ ਤੱਕ ਦਾ ਜਿੰਨਾ ਵੀ ਸਫ਼ਰ ਆ, ਮੇਰੀ +2 ਤੋਂ ਬਾਅਦ ਅਸੀਂ ਸਮਾਜ ਸੇਵਾ ਦੇ ਵਿੱਚ ਉਤਰੇ ਹਾਂ। ਉਹ 'ਚ ਕਦੀ ਇਹ ਨਹੀਂ ਦੇਖਿਆ ਵੀ ਇਹ ਸਿੱਖ ਆ, ਹਿੰਦੂ ਆ, ਮੁਸਲਿਮ ਆ, ਕ੍ਰਿਸਚਨ ਆ। ਕਰੋਨਾ ਦੇ ਵਿੱਚ ਘਰ ਘਰ ਜਾ ਕੇ ਅਸੀਂ ਰਾਸ਼ਨ ਪਹੁੰਚਾ ਕੇ ਆਏ ਹਾਂ। ਬਟ ਆਉਣ ਵਾਲੇ ਸਮੇਂ ਦੇ ਵਿੱਚ ਵੀ ਵੋਟਾਂ ਸਾਨੂੰ ਸਿਰਫ ਸਿੱਖਾਂ ਨੇ ਨਹੀਂ ਪਾਉਣੀਆਂ, ਸਿਰਫ ਮੁਸਲਿਮ ਨੇ ਨਹੀਂ ਪਾਉਣੀਆਂ, ਕ੍ਰਿਸਚਨ ਨੇ, ਹਿੰਦੂ ਨੇ ਨਹੀਂ ਪਾਉਣੀਆਂ। ਵੋਟਾਂ ਸਾਰਿਆਂ ਨੇ ਪਾਉਣੀਆਂ ਜਿਨ੍ਹਾਂ ਨੂੰ ਆਪਣੇ ਪੰਜਾਬ ਦਾ ਦਰਦ ਆ। ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤੇ ਇੱਕ ਆਵਾਜ਼ ਬੁਲੰਦ ਕਰਾਂਗੇ, ਸਾਰਿਆਂ ਨੂੰ ਇੱਕ ਅੱਖ ਦੇ ਨਾਲ ਵੇਖਾਂਗੇ, ਇੱਕ ਤੱਕੜੀ ਦੇ ਵਿੱਚ ਤੋਲਾਂਗੇ, ਨਾ ਕਿ ਵੱਖਰੇਵੇਂ ਪੈਦੇ ਕਰਾਂਗੇ ਲੋਕਾਂ ਦੇ ਵਿੱਚ। ਹਰੇਕ ਧਰਮ ਦੀ ਆਵਾਜ਼ ਚੁੱਕਾਂਗੇ ਜਿੱਥੇ ਵੀ ਕਿਤੇ ਲੋੜ ਪਈ। ਖਾਸ ਕਰਕੇ ਜੇ ਸਾਡੇ ਕਿਸੇ ਧਾਰਮਿਕ ਗ੍ਰੰਥ ਦੀ ਬੇਅਦਬੀ ਹੁੰਦੀ ਆ, ਡਟ ਕੇ ਉਹਦਾ ਵਿਰੋਧ ਕਰਾਂਗੇ, ਚਾਹੇ ਉਹ ਕਿਸੇ ਵੀ ਕਮਿਊਨਿਟੀ ਨਾਲ ਬਿਲੋਂਗ ਕਰਦਾ ਹੋਵੇ। ਪਰ ਅਸੀਂ ਸਾਰਿਆਂ ਨੂੰ ਅੱਜ ਇੱਕ ਮਾਲਾ ਦੇ ਵਿੱਚ ਪਰੋਣ ਆਏ ਆ, ਵੱਖਰੇਵੇਂ ਪੈਦਾ ਨਹੀਂ ਕਰਨਾ। ਬਹੁਤ ਵਧੀਆ ਗੱਲ ਕੀਤੀ ਤੁਸੀਂ, ਇਨਸਾਨੀਅਤ ਦੀ ਗੱਲ ਕੀਤੀ। ਕਿਹੜੇ ਮੁੱਦਿਆਂ ਦੇ ਉੱਤੇ ਤੁਸੀਂ ਹੁਣ ਚੁਣਾਵ ਮੈਦਾਨ ਵਿੱਚ ਉਤਰੇ ਹੋ? ਜੇਕਰ ਤੁਹਾਡੀ ਸਰਕਾਰ ਬਣਦੀ ਹੈ ਜਾਂ ਤੁਸੀਂ ਇੱਥੋਂ ਜਿੱਤਦੇ ਹੋ, ਕੀ ਗੁਰਦਾਸਪੁਰ ਹਲਕੇ ਦੇ ਵਿੱਚ ਬਦਲਾਵ ਲੈ ਕੇ ਆਓਗੇ? ਪੰਜਾਬ ਦੇ ਵਿੱਚ ਕੀ ਬਦਲਾਵ ਤੁਸੀਂ ਚਾਹੁੰਦੇ ਹੋ? ਜੀ ਸਭ ਤੋਂ ਪਹਿਲਾਂ ਤੇ ਇਸ ਵੇਲੇ ਜੋ ਮੈਂ ਥੋੜ੍ਹੇ 2 ਦਿਨ ਪਹਿਲਾਂ ਹੀ ਪੜ੍ਹ ਰਿਹਾ ਸੀਗਾ ਵੀ ਸਾਡੇ ਗੁਰਦਾਸਪੁਰ ਦੇ ਵਿੱਚ ਵੀ ਇੱਕ ਜੋ ਜ਼ਮੀਨੀ ਪਾਣੀ ਹੈਗਾ, ਉਹਦੇ ਵਿੱਚ ਇੱਕ ਇੱਦਾਂ ਦੇ ਕੁਝ ਕੈਂਸਰ ਵਰਗੇ ਕੁਝ ਇਲਾਕੇ ਇੱਦਾਂ ਦੇ ਆ ਚੁੱਕੇ ਨੇ ਜਿੱਥੇ ਉਹ ਜ਼ਮੀਨ ਪਾਣੀ ਪੀਣ ਤੋਂ ਸਾਨੂੰ ਕੈਂਸਰ ਬਣ ਰਿਹਾ। ਸਭ ਤੋਂ ਪਹਿਲਾਂ ਤੇ ਅਸੀਂ ਬਦਲਾਅ ਦੀ ਜਿਹੜੀ ਗੱਲ ਕਰਾਂਗੇ ਵੀ ਆਪਣਾ ਜਿਹੜਾ ਜ਼ਮੀਨੀ ਪਾਣੀ, ਜਿਹਨੂੰ ਇੱਕ ਸਟੋਰੇਜ ਕਹਿ ਸਕਦੇ ਹਾਂ, ਕੁਦਰਤੀ ਸਰੋਤ ਆ, ਤੇ ਅਸੀਂ ਉਹਨੂੰ ਸਟੋਰ ਕਰਕੇ ਰੱਖਾਂਗੇ। ਜਿੰਨਾ ਵੀ ਸਾਡਾ ਦਰਿਆ ਵੇ, ਸਾਡੇ ਲਾਗੇ 2 ਦਰਿਆ ਲੱਗਦੇ ਨੇ, ਬਿਆਸ ਦਰਿਆ, ਰਾਵੀ ਦਰਿਆ, ਉਹਨਾਂ ਦਾ ਸਾਰਿਆਂ ਨੂੰ ਪਹਿਲਾਂ ਜਿੰਨੀ ਵੀ ਖੇਤੀ ਹੈਗੀ ਆ, ਉਹ ਦਰਿਆਵਾਂ ਦਾ ਪਾਣੀ ਆਪਣੀਆਂ ਜ਼ਮੀਨਾਂ ਤੱਕ ਪਹੁੰਚਾਵਾਂਗੇ ਤਾਂ ਕਿ ਜਿਹੜਾ ਸਾਡਾ ਜ਼ਮੀਨ ਦਾ ਪਾਣੀ ਉਹ ਨਾ ਨਿਕਲੇ। ਦੂਸਰਾ, ਜਿਹੜੀ ਐਜੂਕੇਸ਼ਨ ਲੈਵਲ ਇਹਨਾਂ ਥੱਲੇ ਕਰ ਦਿੱਤਾ ਗਿਆ, ਕਿਉਂਕਿ ਗਰੀਬ ਦਾ ਬੱਚਾ ਗਰੀਬ ਹੁੰਦਾ ਜਾ ਰਿਹਾ, ਅਮੀਰ ਦਾ ਬੱਚਾ ਅਮੀਰ ਹੁੰਦਾ ਜਾ ਰਿਹਾ, ਉਹਨਾਂ ਦੇ ਵਿੱਚ ਫਰਕ ਬਹੁਤ ਜ਼ਿਆਦਾ ਪੈ ਗਿਆ। ਅਸੀਂ ਸਭ ਤੋਂ ਪਹਿਲਾਂ ਹੁਣ ਜੋ ਚੋਣ ਮੈਨੀਫੈਸਟੋ ਦੇ ਵਿੱਚ ਸੁਝਾਅ ਦਿੱਤੇ ਨੇ ਵੀ 10th ਤੱਕ ਦੀ ਪੜ੍ਹਾਈ, ਚਾਹੇ ਉਹ ਪ੍ਰਾਈਵੇਟ ਸਕੂਲ ਚਾਹੇ ਉਹ ਸਰਕਾਰੀ ਸਕੂਲ, ਸਾਰੇ ਬੱਚਿਆਂ ਦੀ ਫ੍ਰੀ ਹੋਣੀ ਚਾਹੀਦੀ ਆ। ਕੀ ਗੱਲ, ਇੱਕ ਮਜ਼ਦੂਰ ਦਾ ਬੱਚਾ ਕੈਂਬਰਿਜ ਵਰਗੇ ਸਕੂਲ 'ਚ ਕਿਉਂ ਨਹੀਂ ਪੜ੍ਹ ਸਕਦਾ? ਜੇ ਉਹ ਨਹੀਂ ਕਾਬਲੀਅਤ ਰੱਖਦਾ, ਕਿਉਂ ਮਾਰ ਪੈਂਦੀ ਆ? ਕਿਉਂਕਿ ਉਹਦੇ ਕੋਲ ਉਹਨਾਂ ਖਰਚਾ ਕਰਨ ਦੀ ਸਮਰੱਥਾ ਨਹੀਂ ਹੁੰਦੀ। ਇਸ ਕਰਕੇ ਹੁਣ ਅਸੀਂ ਇਹਨੂੰ ਇਹ ਚੋਣ ਮੈਨੀਫੈਸਟੋ ਦੇ ਵਿੱਚ ਲਿਆਉਣ ਵਾਸਤੇ ਕਿਹਾ ਆ। ਦੂਸਰੀ ਗੱਲ, ਜਿਨ੍ਹਾਂ ਨੇ ਕਰੋਨਾ ਕਾਲ ਚੱਲਿਆ, ਕਿੰਨੇ ਵਲੰਟੀਅਰ ਅਸੀਂ ਸੇਵਾ ਕਰਨ ਵਾਸਤੇ ਲੈ ਕੇ ਆਏ, ਉਹਨਾਂ ਨੂੰ ਕੱਚੇ ਤੌਰ 'ਤੇ ਰੱਖਿਆ। ਪਰ ਸਰਕਾਰ ਨੇ ਪਿਛਲੇ ਦਿਨੀ ਜਦੋਂ ਪਤਾ ਲੱਗ ਗਿਆ ਵੀ ਹੁਣ ਚੋਣਾਂ ਨੇੜੇ ਆਉਣ ਵਾਲੀਆਂ, ਉਹਨਾਂ ਨੇ ਵੀ ਧਰਨੇ ਸ਼ੁਰੂ ਲਾਤੇ। ਉਹਨਾਂ ਨੂੰ ਨੌਕਰੀਆਂ ਪੱਕੀਆਂ ਨਹੀਂ ਕੀਤੀਆਂ ਗਈਆਂ। ਸਭ ਤੋਂ ਪਹਿਲਾਂ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ, ਲੋਕਾਂ ਦੀ ਸੇਵਾ ਕੀਤੀ। ਦੂਸਰੀ ਗੱਲ, ਕੱਚੇ ਮੁਲਾਜ਼ਮਾਂ ਵਾਲੀ ਜਿਹੜੀ ਭਰਤੀ ਹੁੰਦੀ ਆ, ਉਹਨੂੰ ਬਿਲਕੁਲ ਹੀ ਬੰਦ ਕਰਾਂਗੇ। ਕੀ ਤੁਸੀਂ ਇਹ ਗੱਲ ਦਾ ਜਵਾਬ ਦੇ ਸਕਦੇ ਹੋ? ਮੰਨ ਲਓ ਕਿ ਤੁਹਾਡੀ ਇੱਕ ਆਪਾਂ ਨੌਕਰੀ ਤੇ ਰੱਖ ਲਿਆ, ਤੁਹਾਨੂੰ 10,000 ਆਪਾਂ ਕਹਿ ਤਾ ਵੀ 3 ਸਾਲ ਸਾਡੇ ਕੋਲ ਤਨਖਾਹ ਲੈਣੀ ਆ, ਤੁਹਾਡੀ ਗੱਡੀ ਦਾ ਖਰਚਾ ਵੀ ਆ, ਤੁਹਾਡੇ ਘਰ ਦਾ ਖਰਚਾ ਵੀ ਆ, ਤੁਹਾਡੇ ਰਾਸ਼ਨ ਦਾ ਖਰਚਾ ਵੀ ਆ, ਤੁਹਾਡੇ ਪਰਿਵਾਰ ਦਾ ਖਰਚਾ ਵੀ ਆ, 10,000 'ਚ ਕਿੱਦਾਂ ਐਡਜਸਟ ਕਰੋਗੇ? ਫਿਰ ਅਸੀਂ ਇਹ ਗੱਲ ਹੁਣ ਅੱਗੇ ਰੱਖੀ ਆ ਵੀ ਉਹ ਸ਼ੁਰੂ ਤੋਂ ਜਦੋਂ ਇਹ ਕੱਚੀ ਜਿਹੜੀ ਭਰਤੀ ਉਹਨੂੰ ਬੰਦ ਕਰੋ, ਜਦੋਂ ਭਰਤੀ ਹੋ ਜਾਂਦੀ ਉਹਨੂੰ ਪੂਰੀ ਤਨਖਾਹ ਦੇ ਉੱਪਰ ਲਾਗੂ ਕੀਤਾ ਜਾਵੇ। ਦੂਸਰਾ, ਹੁਣ ਟੀਚਰਸ ਨੇ, ਉਹਨਾਂ ਨੂੰ ਸਕੂਲਾਂ ਤੱਕ ਨਹੀਂ ਅਸੀਂ ਸੀਮਤ ਰਹਿਣ ਦਿੰਦੇ, ਉਹਨਾਂ ਨੂੰ ਅਸੀਂ ਆਪਣੇ ਇਕੱਠ ਵਿਖਾਉਣ ਵਾਸਤੇ ਰੈਲੀਆਂ 'ਚ ਵੀ ਲੈ ਆਉਂਦੇ ਹਾਂ। ਹੋਰ ਜਿੱਥੇ ਕਿਤੇ ਘਾਟ ਹੁੰਦੀ ਮੁਲਾਜ਼ਮਾਂ ਦੀ, ਉੱਥੇ ਡਿਊਟੀਆਂ ਫਿਕਸ ਕਰ ਦਿੰਦੇ ਹਾਂ। ਹੁਣ BLO ਦੀ ਡਿਊਟੀ ਸਭ ਤੋਂ ਵੱਧ ਟੀਚਰਸ ਕਰ ਰਹੇ ਨੇ। ਕੀ ਉਹ ਫਿਰ ਜੇ ਇਹ ਡਿਊਟੀਆਂ ਕਰਨਗੇ ਕਿ ਜਾਂ ਸਾਡੇ ਬੱਚਿਆਂ ਨੂੰ ਸਿੱਖਿਆ ਕਰਨਗੇ? ਇੱਦਾਂ ਦੀ ਜਿਹੜੀਆਂ ਹੈਗੀਆਂ ਨੇ ਵੀ ਜਿਹੜੇ ਸਾਡੇ ਸਰਕਾਰੀ ਮੁਲਾਜ਼ਮਾਂ ਦੇ ਅਦਾਰੇ ਆ, ਉਹ ਨਿਰਧਾਰਿਤ ਕੀਤੇ ਜਾਣਗੇ, ਉਹ ਦੂਸਰਿਆਂ ਦੇ ਵਿੱਚ ਇੱਦਾਂ ਖਾਨਾ ਪੂਰਤੀ ਕਰਨ ਨਹੀਂ ਜਾਣਗੇ। ਸੋ ਇੱਕ ਤੇ ਸਭ ਤੋਂ ਵੱਡਾ ਮੁੱਦਾ ਇਸ ਵੇਲੇ ਜੋ ਖੇਤੀ ਦੇ ਉੱਪਰ ਕੀਟਨਾਸ਼ਕ ਦਵਾਈਆਂ ਵਰਤੀਆਂ ਜਾ ਰਹੀਆਂ, ਆਰਗੈਨਿਕ ਜਿਹੜਾ ਖੇਤੀ ਕਰੇਗਾ ਉਹਨੂੰ ਪੂਰਾ ਉਹਦਾ ਮੁੱਲ ਦਿੱਤਾ ਜਾਊਗਾ, ਖਾਸ ਤੌਰ 'ਤੇ ਮੰਡੀਆਂ ਦੇ ਵਿੱਚ। ਇੱਦਾਂ ਦੇ ਵੀ ਅਸੀਂ ਬਦਲਾਅ ਲੈ ਕੇ ਆਉਣੇ ਆ ਤਾਂ ਕਿ ਸਾਡੀ ਜ਼ਮੀਨਾਂ ਦੇ ਵਿੱਚ ਜੋ ਫਰਟੀਲਾਈਜ਼ਰ ਆ ਉਹ ਖਾਦਾਂ ਘੱਟ ਪੈਣ, ਦਵਾਈਆਂ ਘੱਟ ਪੈਣ। ਜਦੋਂ ਸਾਡੀ ਖਾਣ ਪੀਣ ਦੇ ਵਿੱਚ ਸੋਧ ਹੋ ਗਈ,
ਸਾਡਾ ਹੈਲਥ ਸਿਸਟਮ ਆਪਣੇ ਆਪ ਹੀ ਠੀਕ ਹੋਣ ਲੱਗ ਜੂਗਾ। ਹੁਣ ਗੁਰਦਾਸਪੁਰ ਦੀ ਮੈਂ ਇੱਕ ਉਦਾਹਰਣ ਦਿੰਨਾ, ਸਾਡੇ ਐਮਐਲਏ ਸਾਹਿਬ ਕਹਿੰਦੇ ਨੇ ਕਿ ਅਸੀਂ ਉੱਥੇ 100 ਬੈੱਡ ਵਧਾ ਕੇ ਤੁਹਾਨੂੰ ਮੈਡੀਕਲ ਇੱਕ ਕਾਲਜ ਨੂੰ ਅਸੀਂ ਤਬਦੀਲ ਕਰਨ ਜਾ ਰਹੇ ਹਾਂ, ਹਸਪੀਟਲ ਇੱਕ ਵੱਡੇ ਪੱਧਰ ਤੇ ਲੈ ਕੇ ਜਾ ਰਹੇ ਹਾਂ। ਪਰ ਤੀਜਾ ਕਰੋਨਾ ਟਾਈਮ ਆ ਗਿਆ ਔਰ 2 ਸਾਲਾਂ ਦੇ ਵਿੱਚ ਉੱਥੇ 100 ਬੈੱਡ ਤੇ ਵਧਾ ਦਿੱਤੇ, ਪਰ ਉੱਥੇ ਵੈਂਟੀਲੇਟਰ ਦੀ ਗਿਣਤੀ ਨਹੀਂ ਵਧੀ। ਉਹ 2 ਹੀ ਵੈਂਟੀਲੇਟਰ ਨੇ, ਸਾਡੇ ਜ਼ਿਲ੍ਹੇ ਦਾ ਹਸਪੀਟਲ ਹੈ ਗੁਰਦਾਸਪੁਰ, ਔਰ 2 ਵੈਂਟੀਲੇਟਰ ਨੂੰ ਚਲਾਉਣ ਵਾਸਤੇ ਇੱਕ ਵੀ ਸਟਾਫ ਆਪਰੇਟਰ ਨਹੀਂ ਹੈਗਾ। ਇਹ ਕਿਹੜੀ ਡਿਵੈਲਪਮੈਂਟ ਆ? ਇੱਦਾਂ ਇਸ ਤਰ੍ਹਾਂ ਦੀਆਂ ਸਾਨੂੰ ਜੋ ਮੁੱਢਲੀਆਂ ਸਾਡੀਆਂ ਸਹੂਲਤਾਂ ਹੈਗੀਆਂ ਨੇ ਉਹ ਪੂਰੀਆਂ ਕਰਨੀਆਂ ਪੈਣੀਆਂ। ਜੇਕਰ ਜ਼ਮੀਨ ਸਾਡੀਆਂ ਗਲੀਆਂ ਨਾਲੀਆਂ ਚੌਂਕ ਖੁੱਲ੍ਹੇ ਕਰਵਾਉਣੇ ਆ, ਪਹਿਲਾਂ ਉਹਨਾਂ ਨੂੰ ਆਮ ਲੋਕ ਤੇ ਆਪਣੇ ਬਚਾ ਲਓ, ਉਹਨਾਂ ਦਾ ਜੀਵਨ ਤੇ ਸਾਡਾ ਇੱਕ ਵਿਸ਼ਵਾਸ ਹੋਵੇ ਵੀ ਅਸੀਂ ਸੁਰੱਖਿਅਤ ਹਾਂ। ਇੱਦਾਂ ਦੀ ਜਿਹੜੇ ਆਪਾਂ ਬਦਲਾਅ ਆ ਉਹ ਜਦੋਂ ਸਾਡੀ ਵਾਰੀ ਆ ਗਈ, ਪਰਮਾਤਮਾ ਨੇ ਸਾਨੂੰ ਇਹ ਫਤਵਾ ਦੇਣਾ ਆ, ਲੋਕਾਂ ਨੇ ਵੀ ਇਹ ਫਤਵਾ ਦੇਣਾ, ਮਹਾਰਾਜ ਨੇ ਕਿਰਪਾ ਕਰਨੀ ਆ। ਜਿਸ ਦਿਨ ਅਸੀਂ ਵਿਧਾਨ ਸਭਾ ਦੇ ਵਿੱਚ ਚੱਲ ਗਏ, ਆਮ ਲੋਕਾਂ ਦੀ ਆਪਣੀ ਗੱਲ ਹੁਣ ਅਸੀਂ ਦਰੀ ਤੋਂ ਉੱਠ ਕੇ ਵਿਧਾਨ ਸਭਾ ਦੇ ਅੰਦਰ ਜਾ ਕੇ ਸ਼ੁਰੂ ਕਰਾਂਗੇ। ਇੱਕ ਹੋਰ ਬੜਾ ਮੁੱਦਾ ਪੰਜਾਬ ਦੇ ਵਿੱਚ ਫੈਲਿਆ ਹੋਇਆ ਨਸ਼ਿਆਂ ਦਾ, ਉਹਦੇ ਬਾਰੇ ਤੁਸੀਂ ਜ਼ਿਕਰ ਨਹੀਂ ਕੀਤਾ। ਜੇਕਰ ਤੁਹਾਡੀ ਸਰਕਾਰ ਬਣਦੀ ਹੈ ਤੇ ਨਸ਼ਿਆਂ ਨੂੰ ਠੱਲ ਪਾਉਣ ਲਈ ਤੁਸੀਂ ਕੀ ਕਰੋਗੇ? ਜੀ ਸਭ ਤੋਂ ਪਹਿਲਾਂ ਤਾਂ ਉਹਦਾ ਅਲਟਰਨੇਟ ਲੱਭਣਾ ਪੈਣਾ ਸਾਨੂੰ, ਕਿਉਂਕਿ ਜੇ ਕੈਮੀਕਲ ਨਸ਼ਾ ਖਤਮ ਕਰਨਾ ਆ ਤੇ ਫਿਰ ਖਸਖਸ ਦੀ ਖੇਤੀ ਕਰਨ ਦੇ ਵਿੱਚ ਸਾਨੂੰ ਹਰਜ ਕੀ ਆ? ਨਾਲ ਦੀਆਂ ਸਟੇਟਾਂ ਖਸਖਸ ਦੀ ਖੇਤੀ ਕਰਦੀਆਂ ਨੇ, ਵਧੀਆ ਉਹਨਾਂ ਤੋਂ ਪ੍ਰੋਫਿਟ ਵੀ ਆਉਂਦਾ। ਜੇਕਰ ਇਹ ਖਸਖਸ ਦੀ ਖੇਤੀ ਕਹਿੰਦੇ ਆ ਕਿ ਪੰਜਾਬ ਵਾਲੇ ਮਾੜੀ ਆ, ਕਿ ਨਸ਼ਾ ਆ, ਫਿਰ WHO ਕਿਉਂ ਖਰੀਦਦੀ ਆ? ਉਹ ਆਪਣੀ ਮੈਡੀਸਿਨ ਦੇ ਵਿੱਚ ਕਿਉਂ ਯੂਜ਼ ਕਰਦੀ ਆ? ਇਨਡਾਇਰੈਕਟਲੀ ਅਸੀਂ ਮਾਤਰਾ ਲੈ ਲੈਂਦੇ ਆ, ਪਰ ਜਿਹੜੇ ਡਾਇਰੈਕਟਲੀ ਡੋਜ਼ ਲੈ ਕੇ ਚਿੱਟੇ ਵਰਗਾ ਇੱਕ ਅੱਤਵਾਦ ਕਹਿ ਸਕਦੇ ਆਪਾਂ, ਇਹ ਦੂਸਰੇ ਦੌਰ ਦਾ ਅੱਤਵਾਦ ਚੱਲ ਰਿਹਾ, ਜਿਹਦੇ ਨਾਲ ਸਾਡੀ ਨਸਲਕੁਸ਼ੀ ਹੋ ਰਹੀ ਆ। ਇੱਕ ਪੀੜ੍ਹੀ ਹੁਣ ਖਤਮ ਹੋ ਰਹੀ ਆ ਜਿਹੜੀ ਉਹ ਨਸ਼ਾ ਕਰ ਰਹੀ ਆ, ਤੇ ਜਿਹੜਾ ਬੰਦਾ ਨਸ਼ੇੜੀ ਹੋ ਜਾਂਦਾ ਉਹ ਬੱਚਾ ਵੀ ਪੈਦਾ ਨਹੀਂ ਕਰ ਸਕਦਾ। ਫਿਰ ਇੱਕ ਪੀੜ੍ਹੀ ਨਾਲ ਦੀ ਨਾਲ ਅਗਲੀ ਖਤਮ ਹੋ ਰਹੀ ਆ। ਇਸ ਕਰਕੇ ਖਸਖਸ ਦੀ ਖੇਤੀ ਅਸੀਂ ਮਹਿਸੂਸ ਕਰਦੇ ਹਾਂ ਵੀ ਜੇ ਬੰਦਾ ਕੋਈ ਫੀਮ ਜਾਂ ਭੁੱਕੀ ਖਾਂਦਾ, ਉਹ ਇੰਨਾ ਜ਼ਿਆਦਾ ਨਹੀਂ ਹੋ ਜਾਂਦਾ ਕਿ ਉਹਨੂੰ ਸੁੱਧ ਬੁੱਧ ਹੀ ਨਹੀਂ ਰਹਿੰਦੀ। ਸਗੋਂ ਪੁਰਾਣੇ ਬਜ਼ੁਰਗਾਂ ਤੋਂ ਪੁੱਛੀਦਾ ਨਾ, ਜਿਹੜੇ ਪੋਸਤ ਖਾਂਦੇ ਆ ਉਹ ਕਹਿੰਦੇ ਆ ਕਿ ਅਸੀਂ ਤਾਂ ਕੰਮ ਵੱਧ ਕਰਦੇ ਹਾਂ, ਸਾਡਾ ਸਰੀਰ ਵੀ ਠੀਕ ਰਹਿੰਦਾ। ਤੇ ਇੱਕ ਜੇ ਕਿਸੇ ਚੀਜ਼ ਦਾ ਤੁਸੀਂ ਤੋੜ ਕੱਢਣਾ ਤੇ ਫਿਰ ਉਹਦਾ ਅਲਟਰਨੇਟ ਸਾਨੂੰ ਦੇਣਾ ਹੀ ਪੈਣਾ। ਇਸ ਕਰਕੇ ਜੇ ਕੈਮੀਕਲ ਨਸ਼ਾ ਖਤਮ ਕਰਨਾ ਤਾਂ ਕੁਦਰਤੀ, ਜਿਹੜਾ ਅਸੀਂ ਨਸ਼ਾ ਨਹੀਂ ਕਹਿ ਸਕਦੇ, ਕੁਦਰਤੀ ਜਿਹੜੀ ਇੱਕ ਖਸਖਸ ਆ, ਜਿਹੜੀ ਅਸੀਂ ਆਮ ਤੌਰ 'ਤੇ ਕਿਸੇ ਨੂੰ ਖੰਘ ਜ਼ੁਕਾਮ ਵੀ ਹੋ ਜਾਣੇ ਤੇ ਅਸੀਂ ਖਸਖਸ ਦਾ ਫੱਕਾ ਮਾਰ ਲੈਂਦੇ, ਜਿਹੜੀ ਰੂਟੀਨ 'ਚ ਆਮ ਦੁਕਾਨਾਂ ਤੋਂ ਮਿਲਦੀ ਆ, ਤੇ ਉਹਦੇ ਨਾਲ ਸਾਡਾ ਜਿਹੜਾ ਨਜ਼ਲਾ ਬਿਲਕੁਲ ਠੀਕ ਵੀ ਹੋ ਜਾਂਦਾ। ਤੇ ਜਿਹੜੇ ਫਿਸ਼ ਆਇਲ ਆ ਉਹਦੇ 'ਚ ਕੀ ਆ? ਮੱਛੀ ਕਿਸੇ ਨੂੰ ਡਾਇਰੈਕਟ ਖਾਣ ਵੱਲੋਂ ਕਹਿ ਦਿਓ, ਉਹ ਬੰਦਾ ਕਹੇ ਮੈਂ ਨਹੀਂ ਜੀ ਵੈਜ ਹੀ ਆ, ਉਹਨੂੰ ਉਹਦੇ ਕੈਪਸੂਲ ਮੱਛੀ ਦੇ ਤੇਲ ਦੇ ਖਵਾ ਦਿਓ, ਉਹ ਖਾ ਲੇਗਾ, ਪਰ ਮੱਛੀ ਡਾਇਰੈਕਟ ਨਹੀਂ ਖਾਏਗਾ ਵੀ ਨਹੀਂ ਜੀ ਵੀ ਮੈਂ ਇਹ ਨੌਨ ਵੈਜ ਚੀਜ਼ ਆ। ਸੋ ਇਹ ਸਿਰਫ ਥੋੜ੍ਹੀ ਜਿਹੀ ਸਾਨੂੰ ਆਪਣੀ ਜਿਹੜੀ ਲੋਕਾਂ ਦੀ ਮਾਨਸਿਕਤਾ ਉਹ ਬਦਲਣੀ ਪੈਣੀ ਆ। ਜੇ ਕੋਈ ਤੋੜ ਲੱਭਣਾ ਤੇ ਉਹ ਸਾਨੂੰ ਅਲਟਰਨੇਟ ਦੇ ਕੇ ਉਹਨੂੰ ਹੌਲੀ ਘੱਟ ਕਰਨਾ ਪਊਗਾ। ਇੱਕੋ ਵਾਰੀ ਛੱਡਾਂਗੇ ਤੇ ਫਿਰ ਤੇ ਉਹ ਵਾਕਈ ਬੁਰੇ ਹਾਲਾਤ ਹੋ ਜਾਣਗੇ। ਇੰਦਰਪਾਲ ਸਿੰਘ ਬੈਂਸ ਕਿੰਨੀਆਂ ਵੋਟਾਂ ਦੀ ਲੀਡ ਸਮਝਦਾ ਕਿ ਮੈਂ ਇੰਨੀ ਵੋਟਾਂ ਦੀ ਲੀਡ ਲੈ ਕੇ ਜਿੱਤਾਂਗਾ ਜੀ? ਮੈਂ ਤਾਂ ਤੁਹਾਨੂੰ ਪਹਿਲਾਂ ਦੱਸਿਆ ਵੀ ਸਭ ਤੋਂ ਵੱਡੀ ਤਾਂ ਰਣਨੀਤੀ ਸਾਡੇ ਅੱਗੇ ਇਹੋ ਹੀ ਆ ਵੀ ਜਿਹੜੇ ਲੋਕਾਂ ਵੋਟਰਾਂ ਨੂੰ ਡਰਾ ਧਮਕਾ ਰਹੇ ਨੇ, ਖਰੀਦ ਰਹੇ ਨੇ। ਕਿੰਨੀ ਲੀਡ ਸਮਝਦੇ ਹੋ ਵੀ ਜੇ ਤੁਸੀਂ ਜਿੱਤਦੇ ਹੋ ਤਾਂ ਕਿੰਨੀ ਲੀਡ ਤੇ ਜਿੱਤੋਗੇ? ਵੇਖੋ ਜੀ, ਲੀਡ ਤੇ ਅਸੀਂ ਜਿੱਦਣ ਇਕੱਲੇ ਤੁਰੇ ਸੀਗੇ, ਇਹ ਤੇ ਪ੍ਰਮਾਤਮਾ ਦੇ ਹੱਥ ਆ ਕਿੰਨੀ ਲੀਡ ਦੇਣੀ ਆ, ਵੋਟਰ ਦੇ ਹੱਥ ਆ। ਵੋਟਰ ਇਸ ਵੇਲੇ ਸਾਇਲੈਂਟ ਹੋ ਚੁੱਕੇ ਆ। ਜਿੱਤ ਪੱਕੀ ਹੈ? ਜਿੱਤ ਪਰਮਾਤਮਾ ਦੀ ਕਿਰਪਾ ਨਾਲ ਪੱਕੀ ਆ। ਤੁਸੀਂ ਮੇਰੀ ਆਵਾਜ਼ ਤੋਂ ਮਹਿਸੂਸ ਕਰ ਸਕਦੇ ਹੋ, ਸਾਡੀ ਟੀਮ ਦਾ ਕੌਨਫੀਡੈਂਸ ਦੇਖ ਸਕਦੇ ਹੋ। ਜਦੋਂ ਪਿੰਡ 'ਚ ਜਾਈਦਾ, ਅਜੇ ਸਾਨੂੰ ਚੱਲਿਆ 1 ਹਫ਼ਤਾ ਹੋਇਆ, ਔਰ 1 ਹਫ਼ਤੇ ਦੇ ਵਿੱਚ ਕੋਈ ਨਵਾਂ ਰਾਜਨੀਤਿਕ ਦੇ ਵਿੱਚ ਕੋਈ ਉਤਰਿਆ ਹੋਵੇ ਨਾ, ਆਪਣੀ ਗਰਾਊਂਡ ਤਰਾਸ਼ਦਾ ਰਹਿੰਦਾ ਕਿ ਯਾਰ ਮੈਂ ਕਿਹੜੇ ਪਿੰਡ ਵਿੱਚ ਜਾਵਾਂ, ਮੇਰੀ ਕੋਈ ਮੀਟਿੰਗ ਕਰਵਾਏਗਾ, ਮੈਨੂੰ ਕੋਈ ਅੱਗੋਂ ਖੇੜੇ ਮੱਥੇ ਮਿਲੂਗਾ। ਪਰ ਅਸੀਂ ਪਿਛਲੇ ਦਿਨਾਂ ਦੇ ਵਿੱਚ ਸਾਡੇ ਕੋਲ ਧੱਕੇ ਨਾਲ ਲੋਕਾਂ ਨੇ ਸਾਡੀਆਂ ਮੀਟਿੰਗਾਂ ਕਰਵਾਈਆਂ। ਸ਼ੇਖੂਪੁਰ ਦੇ ਵਿੱਚ ਜਾ ਕੇ ਵੇਖੋ, ਮੰਗਲ ਸੈਣ, ਕਾਲਾ ਨੰਗਲ, ਰਾਜਪੁਰਾ, ਬੱਬਰੀ ਨੰਗਲ, ਭੁੰਬਲੀ, ਇਹਨਾਂ ਦੇ ਵਿੱਚ ਮੀਟਿੰਗਾਂ ਕਰ ਚੁੱਕੇ ਆ। ਡੋਰ ਟੂ ਡੋਰ ਜਾ ਰਹੇ ਆ, ਸਾਨੂੰ ਪਤਾ ਹੈਗਾ ਰਿਸਪੌਂਸ ਕਿੰਨਾ ਆ। ਜਿੱਤ ਪੱਕੀ ਆ। ਲੀਡ ਤੇ ਪਰਮਾਤਮਾ ਦੇ ਹੱਥ ਆ ਜਾਂ ਵੋਟਰਾਂ ਦੇ ਹੱਥ ਆ ਜਿਨ੍ਹਾਂ ਨੇ ਸਾਨੂੰ ਵੋਟਾਂ ਪਾਉਣੀਆਂ। ਬੈਂਸ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡੀਆਂ ਸ਼ੁਭ ਕਾਮਨਾਵਾਂ ਹੈ ਕਿ ਤੁਸੀਂ ਜੇਕਰ ਚੁਣਾਵ ਦੇ ਵਿੱਚ ਜਿੱਤਦੇ ਹੋ, ਤੁਹਾਡੀ ਪਾਰਟੀ ਜਿੱਤਦੀ ਹੈ, ਪੰਜਾਬ ਦੇ ਵਿੱਚ ਤੁਸੀਂ ਸਰਕਾਰ ਬਣਾਉਂਦੇ ਹੋ ਤੇ ਪੂਰੇ ਪੰਜਾਬ ਨੂੰ, ਖਾਸ ਕਰ ਹਲਕਾ ਗੁਰਦਾਸਪੁਰ ਨੂੰ ਇੱਕ ਚੰਗੀ ਦਿਸ਼ਾ ਵਿੱਚ ਲੈ ਕੇ ਜਾਣਗੇ। ਕਿ ਇਹ ਸਨ ਸਾਡੇ ਇੰਦਰਪਾਲ ਜੀ ਬੈਂਸ ਸਾਹਿਬ, ਜਿਨ੍ਹਾਂ ਨੇ ਇਨਸਾਨੀਅਤ ਦੀ ਗੱਲ ਕੀਤੀ, ਪਾਣੀਆਂ ਦੀ ਗੱਲ ਕੀਤੀ, ਲੋਕਾਂ ਦੀ ਭਲਾਈ ਦੀ ਗੱਲ ਕੀਤੀ। ਤੇ ਜੇਕਰ ਇਹ ਸਰਕਾਰ ਵਿੱਚ ਆਉਂਦੇ ਨੇ ਤੇ ਕਹਿੰਦੇ ਨੇ ਆਪਾਂ ਇੱਕ ਨਵੀਂ ਦਿਸ਼ਾ ਨੌਜਵਾਨਾਂ ਨੂੰ ਦੇਵਾਂਗੇ, ਨਸ਼ਾ ਮੁਕਤ ਪੰਜਾਬ ਬਣਾਵਾਂਗੇ। ਕੈਮਰਾਮੈਨ ਰਾਹੁਲ ਸ਼ਰਮਾ ਦੇ ਨਾਲ ਨੀਰਜ ਮਹਾਜਨ, ਰਾਈਵ ਵਾਈਸ, ਗੁਰਦਾਸਪੁਰ।